ਸਤਨਾਮ ਵਾਹਿਗੁਰੂ ਸਾਹਿਬ ਜੀ। ਸਤ ਸਮੁੰਦ ਉਲੰਘਿਆ, ਦੀਪ ਸਤ ਇਕ ਦੀਪਕ ਬਲਿਆ। ਸਤ ਸੂਤ ਇਕ ਸੂਤ ਕਰ, ਸਤੇ ਪੁਰੀਆ ਲੰਘ ਉਛਲਿਆ। ਸਤ ਸਤੀ ਜਿਣ ਸਪਤ ਰਿਖ, ਸਤ ਸੁਰਾਂ ਜਿਣ ਅਟਲ ਨਾ ਟਲਿਆ। ਸਤੇ ਸੀਵਾਂ ਸਾਧ ਕੈ, ਸਤੇ ਸੀਵਾਂ ਸਾਧ ਕੈ। ਸਤੀ ਸੀਵੀਂ ਸੁਫਲਿਓ ਫਲਿਆ। ਸਤ ਆਕਾਸ ਪਤਾਲ ਸਤ, ਵਸਗਤ ਕਰ ਉਪਰੇਰੈ ਚੱਲਿਆ। ਸਤੇ ਧਾਰੀ ਲੰਘ ਕੈ, ਭੈਰੋ ਖੇਤਰਪਾਲ ਦਲ ਮਲਿਆ। ਸਤੇ ਰੋਹਣ ਸਤ ਵਾਰ, ਸਤ ਸੁਹਾਗਣ ਸਾਧ ਨਾ ਟਲਿਆ। ਗੁਰਮੁਖ ਸਾਧ ਸੰਗਤ ਵਿੱਚ ਖਲਿਆ। ਗੁਰਮੁਖ ਸਾਧ ਸੰਗਤ ਵਿੱਚ ਖਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਸਤਵੀਂ ਵਾਰ ਦੀ 7ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਗਿਣਤੀ ਦੇ ਆਧਾਰ ਤੇ ਗਿਣਤੀ ਕਰ ਕੇ ਸਾਨੂੰ ਇਹ ਦੱਸ ਰਹੇ ਹੈ ਕਿ ਗੁਰਮੁਖਾਂ ਦੀ ਅਵਸਥਾ ਬਹੁਤ ਉੱਚੀ ਹੈ। ਪਿੱਛੇ ਜੋ 6 ਪੌੜੀਆਂ ਤੱਕ ਆਪਾਂ ਵਿਚਾਰ ਸਰਵਣ ਕੀਤੀ ਹੈ, ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਦੱਸਿਆ ਹੈ ਕਿ ਜਿੰਨੀ ਗਿਣਤੀ ਵਿੱਚ ਜਿਹੜੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਨੇ, ਗੁਰਮੁਖ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਲੰਘ ਗਏ ਹੈ। ਜਿਵੇਂ ਪੰਜਾਂ ਦੀ ਗਿਣਤੀ ਆਉਂਦੀ ਹੈ, 5 ਵਿਕਾਰ ਜਿੱਤ ਲਏ ਹੈ, 5 ਗੁਣਾਂ ਦੇ ਧਾਰਨੀ ਬਣ ਕੇ ਪ੍ਰਭੂ ਵਿੱਚ ਅਭੇਦ ਹੋਏ ਹੈ। ਫਿਰ ਇਸੇ ਤਰ੍ਹਾਂ 6 ਦੀ ਗਿਣਤੀ ਆਉਂਦੀ ਹੈ, ਜਿਵੇਂ 6 ਰੁੱਤਾਂ, ਉਹ 6 ਰੁੱਤਾਂ ਦੇ ਵਿੱਚ ਨਾਮ ਜਪਦੇ ਹੈ।
ਛੇ ਰਾਗਾਂ ਦੇ ਰਾਹੀਂ ਪ੍ਰੇਮਾ ਭਗਤੀ ਕਰਦੇ ਹੈ, ਛੇ ਸ਼ਾਸਤਰਾਂ ਨੂੰ ਜਿੱਤ ਲਿਆ। ਸੋ ਇਸ ਤਰ੍ਹਾਂ ਛੇ ਚਿਰਜੀਵੀ, ਛੇ ਜਤੀ ਸਾਰੇ ਜਿੱਤੇ ਨੇ ਗੁਰਮੁਖਾਂ ਨੇ। ਛੇ ਤੋਂ ਬਾਅਦ ਫਿਰ ਗਿਣਤੀ ਆਉਂਦੀ ਹੈ 7 ਦੀ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੀਏ, ਭਾਈ ਗੁਰਦਾਸ ਸਾਹਿਬ ਜੀ, ਛੇਆਂ ਦੀ ਗਿਣਤੀ ਰਾਹੀਂ ਤੁਸੀਂ ਗੁਰਮੁਖਾਂ ਦੀ ਅਵਸਥਾ ਸਾਨੂੰ ਦੱਸੀ ਹੈ, ਹੁਣ ਅਸੀਂ ਤੁਹਾਨੂੰ ਇਹ ਗੱਲ ਪੁੱਛਦੇ ਹਾਂ, ਜਿਹੜੀਆਂ ਪੁਰਾਤਨ ਪੁਸਤਕਾਂ ਹਨ ਉਹਨਾਂ ਦੇ ਵਿੱਚ 7 ਦੀ ਗਿਣਤੀ ਦਾ ਵੀ ਜ਼ਿਕਰ ਆਉਂਦਾ ਹੈ। ਜਿਵੇਂ 7 ਆਕਾਸ਼, 7 ਪਤਾਲ, 7 ਸੁਰਾਂ, 7 ਭੂਮਿਕਾ। ਸੋ ਇਹ 7 ਦੀ ਗਿਣਤੀ ਵੀ ਆਉਂਦੀ ਹੈ ਤੇ ਸਾਨੂੰ ਇਹਨਾਂ 7 ਦੀ ਗਿਣਤੀ ਦੇ ਆਧਾਰ 'ਤੇ ਵੀ ਦੱਸੋਗੇ ਗੁਰਮੁਖਾਂ ਦੀ ਜਿਹੜੀ ਮਾਨਸਿਕ ਕਿਰਿਆ ਤੇ ਉਹਨਾਂ ਦੀ ਭਾਵਨਾ ਕੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਜਵਾਬ ਦਿੰਦੇ ਹੈ, ਹਾਂ ਗੁਰਸਿੱਖੋ, ਗੁਰਮੁਖ ਜਿਹੜੇ ਹੈ ਉਹ ਐਸਤਾ ਐਸਤਾ ਹੌਲੀ ਹੌਲੀ ਅੱਗੇ ਵੱਧਦੇ ਜਾਂਦੇ ਹੈ। ਜਿਵੇਂ ਮਕਾਨ ਹੁੰਦਾ ਹੈ, ਮਕਾਨ ਦੀਆਂ ਕਈ ਛੱਤਾਂ ਹੋਣ, 2 ਮੰਜ਼ਲਾ, 3 ਮੰਜ਼ਲਾ, 4 ਮੰਜ਼ਲਾ, 5, 6, 7, 8, ਜਿੰਨੀਆਂ ਮਰਜ਼ੀ ਛੱਤਾਂ ਹੋਣ ਮਕਾਨ ਦੀਆਂ, ਸਹਿਜੇ ਸਹਿਜੇ ਉਹਨਾਂ 'ਤੇ ਚੜ੍ਹਿਆ ਜਾਂਦਾ ਹੈ। ਪਹਿਲਾਂ ਬੰਦਾ ਪਹਿਲੀ ਮੰਜ਼ਲ 'ਤੇ ਜਾਂਦਾ, ਫਿਰ ਦੂਜੀ 'ਤੇ, ਤੀਜੀ 'ਤੇ, ਚੌਥੀ 'ਤੇ ਪੌੜੀਆਂ ਰਾਹੀਂ ਮਿਹਨਤ ਕਰਕੇ ਚੜ੍ਹਦਾ ਹੈ। ਅੱਜ ਦੇ ਜ਼ਮਾਨੇ 'ਚ ਆਪਾਂ ਵੇਖਾਂਗੇ ਲਿਫਟ ਹੈ, ਪਰ ਉਹ ਵੀ ਹੇਠਾਂ ਤੋਂ ਉਤਾਂਹ ਨੂੰ ਜਾਂਦੀ ਹੈ। ਉਹਦੇ 'ਤੇ ਹੁਣ ਨੰਬਰ ਲਿਖੇ ਆਉਂਦੇ ਹੈ, ਪਹਿਲੀ ਮੰਜ਼ਿਲ ਆ ਗਈ, ਦੂਜੀ ਆ ਗਈ, ਤੀਜੀ ਆ ਗਈ, ਚੌਥੀ ਆ ਗਈ। ਜਿਹਨੇ ਜਿੱਥੇ ਉਤਰਨਾ ਹੁੰਦਾ ਉਤਰ ਜਾਂਦਾ ਹੈ। ਸੋ ਜਿਵੇਂ ਮਕਾਨ ਦੀਆਂ ਕਈ ਛੱਤਾਂ ਹਨ, ਸਹਿਜੇ ਸਹਿਜੇ ਉਹਨਾਂ 'ਤੇ ਚੜ੍ਹਿਆ ਜਾਂਦਾ ਹੈ, ਇਸੇ ਤਰ੍ਹਾਂ ਇਹ ਰੱਬੀ ਮਾਰਗ ਹੈ। ਸਹਿਜੇ ਸਹਿਜੇ ਜਿਹੜੇ ਗੁਰਮੁਖ ਨੇ ਉਹ ਅੱਗੇ ਵੱਧਦੇ ਜਾਂਦੇ, ਆਪਣੇ ਕਦਮ ਵਧਾਉਂਦੇ ਜਾਂਦੇ ਹੈ। ਪਰ ਇਹ ਜਿਹੜਾ ਰਸਤਾ ਹੈ ਇਹ ਹੈ ਬਹੁਤ ਬਿਖਮ, ਕਠਿਨ ਰਾਹ ਹੈ। ਆਖਣ ਔਖਾ ਸਾਚਾ ਨਾਉ, ਨਾਮ ਜਪਣਾ ਹੈ ਬਹੁਤ ਔਖਾ। ਜਿਵੇਂ ਬਾਹਰ ਦਾ ਪਹਾੜੀ ਰਸਤਾ ਹੁੰਦਾ ਹੈ, ਖੁਸ਼ਕੀ ਦਾ ਰਸਤਾ ਬੜਾ ਔਖਾ ਤੈਅ ਕਰਨਾ ਹੁੰਦਾ ਹੈ। ਦੂਜੇ ਪਾਸੇ ਜਿਹੜਾ ਮੈਦਾਨੀ ਰਸਤਾ ਹੁੰਦਾ ਹੈ, ਪੱਧਰਾ ਰਾਹ ਹੁੰਦਾ ਹੈ, ਉਹਨੂੰ ਤਾਂ ਸੌਖਿਆਂ ਹੀ ਤੈਅ ਕਰ ਲਿਆ ਜਾਂਦਾ ਹੈ। ਪਰ ਜਦੋਂ ਸਾਹਮਣੇ ਉੱਚੀਆਂ ਨੀਵੀਆਂ ਪਹਾੜੀਆਂ, ਪੱਥਰ, ਖੱਡਾਂ ਆਉਣ, ਦਰਿਆ ਆਉਣ, ਉਹ ਰਸਤਾ ਪਾਰ ਕਰਨਾ ਬਹੁਤ ਕਠਿਨ ਹੁੰਦਾ ਹੈ। ਬੰਦਾ ਸੋਚ ਸੋਚ ਕੇ ਕਦਮ ਰੱਖਦਾ ਹੈ, ਸਾਹ ਚੜ੍ਹ ਜਾਂਦਾ ਹੈ। ਉੱਤੇ ਪਹਾੜੀ 'ਤੇ ਚੜ੍ਹਨਾ ਹੋਵੇ, ਬੰਦਾ ਥੱਕ ਜਾਂਦਾ ਹੈ। ਕਈ ਰਾਹ ਵਿੱਚ ਬੈਠ ਕੇ ਆਰਾਮ ਕਰਦੇ ਹੈ, ਕਈ ਬਹੁਤੇ ਕਮਜ਼ੋਰ ਤਾਂ ਵਾਪਸ ਹੀ ਮੁੜ ਆਉਂਦੇ ਹੈ ਵੀ ਛੱਡੋ ਪਰੇ, ਅੱਗੇ ਕੀ ਜਾਣਾ। ਕਈ ਇਹੋ ਜਿਹੇ ਹੁੰਦੇ ਹੈ, ਨਾ ਉਹ ਅੱਗੇ ਜਾ ਸਕਦੇ ਹੋ, ਨਾ ਹੁਣ ਪਿੱਛੇ ਮੁੜ ਸਕਦੇ ਹੈ, ਉਹ ਰਸਤੇ ਵਿੱਚ ਹੀ ਮਰ ਖਪ ਜਾਂਦੇ ਹੈ। ਸੋ ਇਹ ਜਿਹੜਾ ਮਾਰਗ ਹੈ ਇਹ ਹੈ ਬਹੁਤ ਔਖਾ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵੀ, ਅਸੀਂ ਰੋਜ਼ ਜਦੋਂ ਨਿਤਨੇਮ ਕਰਦੇ ਹਾਂ, ਸਤਿਗੁਰੂ ਸਾਨੂੰ ਦੱਸਦੇ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗ ਚੱਲਣਾ। ਮਹਾਰਾਜ ਕਹਿੰਦੇ ਭਗਤ ਜਿਸ ਰਸਤੇ ਤੇ ਚੱਲਦੇ ਉਹ ਕਠਿਨ ਮਾਰਗ ਹੈ, ਬਿਖਮ ਮਾਰਗ ਚੱਲਣਾ, ਔਖੇ ਰਸਤੇ ਤੇ ਉਹ ਚੱਲਦੇ ਹੈ। ਸੰਸਾਰੀ ਲੋਕ ਜਿਹੜੇ ਹੈ ਇਸ ਮਾਰਗ ਦੇ ਉੱਤੇ ਚੱਲਣ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਸ ਰਸਤੇ ਤੇ ਚੱਲਣ ਲੱਗਿਆਂ ਕਿਹੜੀਆਂ ਕਿਹੜੀਆਂ ਔਂਕੜਾਂ ਆਉਣੀਆਂ, ਕੀ ਕੀ ਮੁਸ਼ਕਲਾਂ ਆਉਣੀਆਂ ਨੇ। ਪਰਮੇਸ਼ਰ ਦੇ ਪਿਆਰੇ ਭਗਤਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਜਿਸ ਰਸਤੇ ਤੇ ਅਸੀਂ ਚੱਲ ਰਹੇ ਹਾਂ, ਔਂਕੜਾਂ ਮੁਸ਼ਕਲਾਂ ਬਹੁਤ ਆਉਣਗੀਆਂ, ਇਹ ਸਾਨੂੰ ਸਾਰੀਆਂ ਪਾਰ ਕਰਨੀਆਂ ਪੈਣੀਆਂ ਨੇ। ਭਗਤ ਰਵਿਦਾਸ ਜੀ ਦਾ ਬਚਨ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਘਟ ਅਵ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਭਗਤ ਰਵਿਦਾਸ ਜੀ ਕਹਿੰਦੇ ਇਸ ਰੱਬੀ ਮਾਰਗ ਦੇ ਉੱਤੇ ਸਫ਼ਰ ਕਰਦਾ ਹੋਇਆ ਜਿਹੜਾ ਮੇਰਾ ਮਨ ਰੂਪੀ ਬਲਦ ਹੈ, ਇਹ ਜਿਹੜਾ ਮਨ ਰੂਪੀ ਬੈਲ ਹੈ, ਇਹ ਕਮਜ਼ੋਰ ਪੈ ਗਿਆ, ਇਹ ਥੱਕ ਗਿਆ ਹੈ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਕਹਿੰਦੇ ਇਹ ਜਿਹੜਾ ਬੈਲ ਹੈ ਨਾ ਮਨ, ਹੁਣ ਥੱਕ ਗਿਆ, ਕਮਜ਼ੋਰ ਹੋ ਗਿਆ, ਚੱਲੋ ਗੋਨ ਛਟਕਾਈ। ਸੋ ਜਿਹੜੇ ਗੁਰਮੁਖ ਨੇ ਨਾ, ਉਹ ਬਿਪਤਾਵਾਂ ਨੂੰ, ਔਂਕੜਾਂ ਨੂੰ ਅੱਗੇ ਲੰਘਦੇ ਜਾਂਦੇ ਹੈ। ਮੰਜ਼ਿਲ ਜਿਹੜੀ ਹੈ ਉਹ ਕਿੰਨੀ ਵੀ ਦੂਰ ਹੋਵੇ, ਉਹ ਐਸਤਾ ਐਸਤਾ ਆਪਣੀ ਮੰਜ਼ਿਲ ਵੱਲ ਵੱਧਦੇ ਰਹਿੰਦੇ ਹੈ, ਕਦੇ ਪਿੱਛੇ ਨਹੀਂ ਮੁੜਦੇ। ਕਿਉਂਕਿ ਗੁਰਮੁਖਾਂ ਨੂੰ ਗੁਰਬਾਣੀ ਦਾ ਇਹ ਫੁਰਮਾਨ ਚੇਤੇ ਹੈ, ਆਗਾਹਾਂ ਕੂ ਤਰਾਗ, ਪਿੱਛਾ ਫੇਰ ਨਾ ਮੋਹ ਡੜਾ। ਅੱਗੇ ਹੀ ਚੱਲਣਾ ਹੈ, ਅੱਗੇ ਹੀ ਤੁਰਦੇ ਜਾਣਾ ਹੈ, ਪਿਛਾਂਹ ਨੂੰ ਨਹੀਂ ਵੇਖਣਾ। ਹੁਣ ਮੋਢਾ ਫੇਰ ਕੇ ਪਿੱਛੇ ਨੂੰ ਨਹੀਂ ਤੱਕਣਾ। ਤੇ ਗੁਰਮੁਖ ਇਸ ਲਈ ਅੱਗੇ ਹੀ ਵੱਧਦੇ ਜਾਂਦੇ ਹੈ। ਨਾਨਕ ਸਿਜ ਇਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਉਹ ਕਹਿੰਦੇ ਹੈ ਆ ਸਮਾਂ ਮਿਲਿਆ ਪਰਮਾਤਮਾ ਨੇ ਦਿੱਤਾ ਹੈ, ਤੇ ਇਸੇ ਵਾਰ ਇਹਨੂੰ ਸਫਲ ਕਰ ਲਈਏ, ਇਸ ਮਨੁੱਖਾ ਜਨਮ ਨੂੰ, ਤਾਂ ਕਿ ਫਿਰ ਦੁਬਾਰਾ ਜਨਮ ਨਾ ਲੈਣਾ ਪਵੇ। ਸੋ ਭਾਈ ਸਾਹਿਬ ਜੀ ਕਹਿੰਦੇ ਇਹ ਮਾਰਗ ਹੈ ਕਠਨ, ਪਰ ਗੁਰਮੁਖ ਆਪਣੀ ਮੰਜ਼ਿਲ 'ਤੇ ਪੁੱਜਦੇ ਹੈ। ਤੇ ਭਾਈ ਗੁਰਦਾਸ ਸਾਹਿਬ ਨੂੰ ਪੁੱਛੀਏ, ਭਾਈ ਗੁਰਦਾਸ ਜੀ ਜਿਹੜੇ ਇਸ ਰੱਬੀ ਮਾਰਗ ਦੇ ਉੱਤੇ ਚੱਲੇ ਹੈ, ਕੀ ਉਹ ਸਾਰੇ ਬੰਦੇ ਮੰਜ਼ਿਲ 'ਤੇ ਪਹੁੰਚ ਗਏ ਹੈ? ਭਾਈ ਗੁਰਦਾਸ ਜੀ ਕਹਿੰਦੇ, ਗੁਰਸਿੱਖੋ ਸਾਰੇ ਮੰਜ਼ਿਲ 'ਤੇ ਨਹੀਂ ਪਹੁੰਚੇ, ਮੰਜ਼ਿਲ 'ਤੇ ਪਹੁੰਚਣ ਵਾਲੇ ਵਿਰਲੇ ਨੇ। ਕਈ ਤਾਂ ਰਸਤੇ ਦੇ ਵਿੱਚ ਹੀ ਰਸਾਂ ਕਸਾਂ ਦੇ ਵਿੱਚ ਖਪ ਗਏ, ਕਈ ਇਸ ਰੱਬੀ ਮਾਰਗ 'ਤੇ ਉਹਨਾਂ ਚੱਲਣਾ ਸ਼ੁਰੂ ਕੀਤਾ, ਚੇਲੇ ਬਣਾ ਲਏ, ਚੇਲੀਆਂ ਬਣਾ ਲਈਆਂ, ਬਸ ਉਹਨਾਂ ਦੇ ਵਿੱਚ ਹੀ ਲੱਗੇ ਰਹੇ, ਉੱਥੇ ਹੀ ਅਟਕ ਗਏ। ਵਾਹਿਗੁਰੂ ਦੇ ਨਾਲ ਉਹ ਮਿੱਤਰਤਾ ਨਾ ਪਾ ਸਕੇ, ਉਹਨੂੰ ਪ੍ਰਾਪਤ ਨਾ ਕਰ ਸਕੇ। ਇਹਦੇ ਬਾਰੇ ਬਾਬਾ ਕਬੀਰ ਜੀ ਸਾਨੂੰ ਸਮਝਾਉਂਦੇ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਉ, ਬੀਚੈ ਅਟਕਿਓ ਚੀਤ। ਬਾਬਾ ਕਬੀਰ ਜੀ ਕਹਿੰਦੇ ਬੰਦੇ ਨੇ ਬਹੁਤ ਚੇਲੇ ਬਣਾਏ, ਮਿੱਤਰ ਬਣਾਏ,
ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਪਰਮਾਤਮਾ ਨੂੰ ਮਿੱਤਰ ਨਹੀਂ ਬਣਾਇਆ, ਹੋਰ ਬਹੁਤ ਚੇਲੇ ਚੇਲੀਆਂ ਬਣਾਉਂਦਾ ਰਿਹਾ। ਚਾਲੇ ਥੇ ਹਰ ਮਿਲਨ ਕਉ, ਚੱਲਿਆ ਤਾਂ ਇਹ ਰੱਬ ਨੂੰ ਮਿਲਣ ਵਾਸਤੇ ਸੀ। ਬੀਚੈ ਅਟਕਿਓ ਚੀਤ, ਪਰ ਚਿੱਤ ਵਿੱਚ ਹੀ ਲਾ ਕੇ ਬਹਿ ਗਿਆ, ਚੇਲੇ ਚੇਲੀਆਂ ਦੇ ਵਿੱਚ ਚਿੱਤ ਲਾ ਕੇ ਬਹਿ ਗਿਆ। ਅਸੀਂ ਦੁਨੀਆ ਵਿੱਚ ਨਾ ਬਹੁਤ ਸਾਰੇ ਲੋਕ ਵੇਖੇ ਹੈ, ਜਦੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ, ਸ਼ੁਰੂ ਹੁੰਦੇ ਹੈ, ਤਾਂ ਉਹ ਰੱਬ ਦੇ ਮਾਰਗ ਵੱਲ ਇੱਕ ਦੋ ਕਦਮ ਪੁੱਟਦੇ ਹੈ, ਫਿਰ ਥੋੜ੍ਹੀ ਵਡਿਆਈ ਮਿਲਣੀ ਸ਼ੁਰੂ ਹੋ ਜਾਂਦੀ ਹੈ, ਉਹ ਉਹਨਾਂ ਦੇ ਕੋਲੋਂ ਸਾਂਭੀ ਨਹੀਂ ਜਾਂਦੀ। ਭਾਂਡਾ ਛੋਟਾ ਹੁੰਦਾ ਨਾ ਝੱਟ ਹੀ ਉਛਲ ਜਾਂਦਾ ਹੈ। ਚਾਰ ਬੰਦੇ ਇਕੱਠੇ ਹੋਣ ਲੱਗ ਪੈਂਦੇ ਹੈ, ਉਹ ਆਪਣੇ ਆਪ ਨੂੰ ਨਾਢੂ ਖਾਂ ਸਮਝਦਾ ਹੈ, ਹੁਣ ਚਾਰ ਬੰਦੇ ਮੇਰੇ ਪਿੱਛੇ ਨੇ, ਪਤਾ ਨਹੀਂ ਦੁਨੀਆ ਹੀ ਮੇਰੇ ਪਿੱਛੇ ਹੈ। ਕਿੱਥੇ ਫਿਰਦੇ ਹੋ? 700 ਕਰੋੜ ਤੋਂ ਉੱਤੇ ਦੁਨੀਆ ਦੀ ਆਬਾਦੀ ਹੈ, ਤੇ ਜੇ ਕਿਸੇ ਇੱਕ ਬੰਦੇ ਦੇ ਪਿੱਛੇ 10 ਲੱਖ ਬੰਦਾ ਲੱਗ ਵੀ ਗਿਆ ਤੇ ਕੋਈ ਵੱਡੀ ਗੱਲ ਨਹੀਂ। ਜੇ ਇੱਕ ਬੰਦੇ ਪਿੱਛੇ 10 ਲੱਖ ਤੁਰ ਵੀ ਪਿਆ ਤੇ ਫਿਰ ਕਿਹੜੀ ਵੱਡੀ ਗੱਲ ਹੋ ਗਈ। ਦੂਜੇ ਪਾਸੇ ਵੇਖੋ ਨਾ, 700 ਕਰੋੜ ਤੋਂ ਦੁਨੀਆ ਦੀ ਆਬਾਦੀ ਅੱਗੇ ਹੈ, 10 ਲੱਖ ਉੱਥੇ ਕੀ ਨੇ? ਕੁਛ ਵੀ ਨਹੀਂ। ਤੇ ਬੰਦਾ ਉਸੇ ਹੰਕਾਰ ਦੇ ਵਿੱਚ ਫਿਰ ਉਹ ਧਰਮ ਦੇ ਮਾਰਗ ਨੂੰ ਛੱਡ ਕੇ ਕੁਕਰਮਾਂ ਵਾਲੇ ਪਾਸੇ ਤੁਰ ਪੈਂਦਾ ਹੈ। ਹਸ਼ਰ ਫਿਰ ਉਹਦਾ ਮਾੜਾ ਹੁੰਦਾ ਹੈ, ਸਾਂਭਿਆ ਨਹੀਂ ਜਾਂਦਾ ਉਹਦੇ ਕੋਲੋਂ। ਸੋ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਤੁਰੇ ਤਾਂ ਬਹੁਤ ਨੇ, ਪਰ ਰਾਹ ਵਿੱਚ ਹੀ ਬਹੁਤੇ ਲੋਕ ਜਿਹੜੇ ਹੈ ਉਹ ਰਹਿ ਗਏ ਹੈ। ਸੋ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਨੇ ਇਸ ਪੌੜੀ ਦੇ ਵਿੱਚ ਵੀ ਜਿਹੜੇ ਗੁਰਮੁਖ ਨੇ ਨਾ, ਉਹਨਾਂ ਦੀ ਅਵਸਥਾ ਭਾਈ ਸਾਹਿਬ ਜੀ ਕਹਿੰਦੇ ਜਿਹੜੀ ਮੈਂ ਤੱਕੀ ਹੈ, ਜਿਵੇਂ ਮੈਂ ਉਸ ਨੂੰ ਅਨੁਭਵ ਕੀਤਾ ਹੈ, ਮੈਂ ਉਹ ਕੁਝ ਕੁ ਤੁਹਾਨੂੰ ਸ਼ਬਦਾਂ ਵਿੱਚ ਦੱਸਾਂਗਾ, ਪਰ ਸਾਰੀ ਦੱਸੀ ਨਹੀਂ ਜਾ ਸਕਦੀ। ਸੋ ਇਸ 7ਵੀਂ ਪੌੜੀ ਦੇ ਵਿੱਚ 7 ਦੀ ਗਿਣਤੀ ਹੈ। ਸਾਨੂੰ ਸਮਝਾਉਂਦੇ ਨੇ ਭਾਈ ਗੁਰਦਾਸ ਜੀ, 7 ਸਮੁੰਦ ਉਲੰਘਿਆ, ਦੀਪ 7 ਇੱਕ ਦੀਪਕ ਬਲਿਆ। ਜੋ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ ਨਾ, ਜੋ ਇਹਦੇ ਵਿੱਚ ਸਾਨੂੰ ਮੈਸੇਜ ਦਿੰਦੇ ਹੈ, ਸੰਦੇਸ਼ ਦਿੰਦੇ ਹੈ, ਸਮਝਾਉਂਦੇ ਹੈ, ਅਸੀਂ ਆਪਣਾ ਧਿਆਨ ਉੱਧਰ ਕੇਂਦਰਿਤ ਰੱਖਣਾ ਹੈ। ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਉਦਾਹਰਣਾਂ ਦੱਸਦੇ ਹੈ ਨਾ, ਉਹਨਾਂ ਦੇ ਇਤਿਹਾਸਕ ਹੋਣ ਦਾ ਪ੍ਰਮਾਣ ਨਹੀਂ ਦੇ ਰਹੇ। ਫਿਰ ਮੇਰੀ ਗੱਲ ਨੂੰ ਸਮਝਿਓ, ਉਹਨਾਂ ਦੇ ਇਤਿਹਾਸਕ ਹੋਣ ਦਾ ਜਾਂ ਨਾ ਹੋਣ ਦਾ ਪ੍ਰਮਾਣ ਨਹੀਂ ਦਿੰਦੇ। ਸਾਨੂੰ ਉਹ ਇਹ ਸਮਝਾ ਰਹੇ ਹੈ ਵੀ ਗੁਰਮੁਖਾਂ ਦੀ ਅਵਸਥਾ ਬਹੁਤ ਉੱਚੀ ਹੈ, ਉਹ ਸਾਰਾ ਕੁਝ ਛੱਡ ਕੇ ਅੱਗੇ ਲੰਘ ਗਏ। ਇੱਥੇ ਧਿਆਨ ਰੱਖਣਾ, ਗੁਰਮੁਖ ਸਤ ਸੰਗਤ ਦੇ ਆਸਰੇ ਸਦਾ ਹੀ ਰਹਿੰਦੇ ਹੈ। 7 ਸਮੁੰਦ ਉਲੰਘਿਆ, ਗੁਰਮੁਖ ਜਿਹੜੇ ਨੇ ਉਹ 7 ਹੀ ਸਮੁੰਦਰਾਂ ਤੋਂ ਪਾਰ ਹੋ ਗਏ ਹੈ। ਪੁਰਾਣਾਂ ਦੇ ਵਿੱਚ ਸਮੁੰਦਰਾਂ ਦੀ ਗਿਣਤੀ 7 ਕੀਤੀ ਹੈ। ਹੁਣ ਜਿਵੇਂ ਜਿਵੇਂ ਸਾਧ ਸੰਗਤ ਆਪਾਂ ਅੱਗੇ ਜਾਵਾਂਗੇ ਨਾ, 7 ਦੀ ਗਿਣਤੀ ਫਿਰ 8 ਦੀ, 9 ਦੀ, 10 ਦੀ, 11 ਦੀ, 12 ਦੀ, ਇਹ 20, 25, 30 ਅੱਗੇ ਤੁਰਦੀ ਜਾਣੀ। ਪਰ ਤੁਸੀਂ ਕਹੋ ਕਿ ਮੈਂ ਜੋ ਜੋ ਗਿਣਤੀ ਕੀਤੀ ਹੈ ਹਰੇਕ ਦੇ ਅੱਡੋ ਅੱਡ ਨਾਮ ਦੱਸਾਂ, ਇਹਨੇ ਤਾਂ ਮੈਨੂੰ ਵੀ ਚੇਤੇ ਨਹੀਂ ਸਾਰਿਆਂ ਦੇ। ਹੁਣ ਜਿੱਥੇ 20 ਦੀ ਗਿਣਤੀ ਆਉਂਦੀ ਹੈ, 21 ਦੀ, 22 ਤੇ ਉਹ ਸਾਰੇ ਹਰੇਕ ਗੱਲ ਮੈਨੂੰ ਚੇਤੇ ਹੋਵੇ, ਮੈਂ ਦਾਅਵਾ ਨਹੀਂ ਕਰਦਾ ਉਹ ਮੈਨੂੰ ਨਹੀਂ ਚੇਤੇ। ਹਾਂ, ਤੁਸੀਂ ਮਹਾਨ ਕੋਸ਼ ਵਿੱਚੋਂ ਪੜ੍ਹ ਸਕਦੇ ਹੋ, ਜੇ ਕੋਈ ਇਸ਼ਕ ਹੈ
ਖਾਸ ਕਰਕੇ ਵਿਦਿਆਰਥੀ ਜਨ ਜਦੋਂ ਪੜ੍ਹਦੇ ਆ ਉਹਨਾਂ ਨੂੰ ਸਮਝਾ ਦਈਦਾ ਵੀ ਤੁਸੀਂ ਇਸ ਥਾਂ ਤੋਂ ਵੇਖ ਸਕਦੇ ਹੋ। ਸੋ ਪੁਰਾਣ ਜਿਹੜੇ ਨੇ ਨਾ, ਪੁਰਾਣਾਂ ਦੇ ਵਿੱਚ 7 ਸਮੁੰਦਰਾਂ ਦੀ ਗਿਣਤੀ ਕੀਤੀ ਹੈ। 7 ਸਮੁੰਦਰ ਨੇ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ 7 ਤੋਂ ਅੱਗੇ ਲੰਘ ਗਏ। ਉਹ ਕਿਹੜੇ ਨੇ? ਦੁੱਧ ਦਾ, ਦਹੀਂ ਦਾ, ਘਿਓ ਦਾ, ਗੰਨੇ ਦੇ ਰਸ ਦਾ, ਇਸੇ ਤਰ੍ਹਾਂ ਮਿੱਠੇ ਜਲ ਦਾ, ਖਾਰੇ ਜਲ ਦਾ, ਇਹ ਇਤਿਆਦਿਕ 7 ਸਮੁੰਦਰ ਜਿਹੜੇ ਹੈ ਉਹ ਗਿਣੇ ਗਏ। ਤੇ ਸ਼ਹਿਦ ਦਾ। ਹੁਣ ਇਹਨਾਂ ਨੂੰ ਲੱਭਣ ਤੁਰ ਪਵੋ ਦੁਨੀਆ ਵਿੱਚ ਵੀ ਇਹ ਕਿੱਥੇ ਨੇ। ਘਿਓ ਦਾ ਸਮੁੰਦਰ ਕਿੱਥੇ ਹੈ, ਦੁੱਧ ਦਾ ਸਮੁੰਦਰ ਕਿੱਥੇ ਹੈ। ਜੇ ਲੱਭਣ ਤੁਰ ਪਓ ਤੇ ਸ਼ਾਇਦ ਇਸ ਖਿੱਤੇ ਵਿੱਚ ਤੁਸੀਂ ਨਾ ਲੱਭ ਸਕੋ। ਕਿਸੇ ਹੋਰ ਬ੍ਰਹਿਮੰਡ ਵਿੱਚ ਹੋਣ ਤੇ ਉਹਦਾ ਕੋਈ ਅਸੀਂ ਦਾਅਵਾ ਨਹੀਂ ਕਰਦੇ, ਪਰ ਪੁਰਾਣਾਂ ਦੇ ਵਿੱਚ ਇਹਨਾਂ 7 ਸਮੁੰਦਰਾਂ ਦੀ ਗੱਲ ਕੀਤੀ ਹੈ। 7 ਸਮੁੰਦਰ ਇਹ ਲਿਖੇ ਨੇ। 7 ਸਮੁੰਦ ਉਲੰਘਿਆ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ 7 ਸਮੁੰਦਰ ਅੱਗੇ ਲੰਘ ਗਿਆ ਹੈ, ਅੱਗੇ ਚਲਿਆ ਗਿਆ। ਰਸਾਂ ਤੋਂ ਅੱਗੇ ਉਹ ਲੰਘ ਗਿਆ ਹੈ। ਦੀਪ 7 ਇੱਕ ਦੀਪਕ ਬਲਿਆ। ਤੇ ਜਿਹੜੇ 7 ਦੀਪ ਨੇ, 7 ਹੀ ਦੀਪਾਂ ਦੇ ਵਿੱਚ ਗੁਰਮੁਖਾਂ ਦੇ ਗਿਆਨ ਦੀ ਕਰਨੀ ਦਾ ਜਿਹੜਾ ਹੈ ਨਾ ਦੀਵਾ, ਗਿਆਨ ਕਰਨੀ ਦਾ ਦੀਵਾ ਜਗ ਪਿਆ ਹੈ। ਉਹਨਾਂ ਦੇ ਅੰਦਰ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਗਿਆਨ ਦਾ ਦੀਵਾ ਉਹਨਾਂ ਦੇ ਅੰਦਰ ਬਲਿਆ ਹੈ। ਤੇ ਫਿਰ ਉਸ ਦੀਵੇ ਦੀ ਰੌਸ਼ਨੀ ਦੇ ਵਿੱਚ ਜੋ ਕਰਮ ਕਰਦੇ ਹੈ, ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਜਾਂਦੇ ਹੈ। ਗੁਰਮੁਖ ਜਿਹੜੇ ਨੇ ਉਹ 7 ਸਮੁੰਦਰਾਂ ਨੂੰ ਲੰਘ ਕੇ ਪਾਰ ਹੋ ਗਏ ਹੈ। ਦੀਪ ਜਿਹੜੇ 7 ਨੇ, ਉਹਨਾਂ 7 ਹੀ ਦੀਪਾਂ ਦੇ ਵਿੱਚ ਗੁਰਮੁਖਾਂ ਦੀ ਗਿਆਨ ਕਰਨੀ ਦਾ ਦੀਵਾ ਜਗ ਪਿਆ ਹੈ। 7 ਸੂਤ ਇੱਕ ਸੂਤ ਕਰ, 7 ਪੁਰੀਆਂ ਲੰਘ ਉਛਲਿਆ। ਜਿਹੜੇ ਗੁਰਮੁਖ ਹਨ ਉਹ 7 ਪ੍ਰਕਾਰ ਦੇ ਜਿਹੜੇ ਸੂਤ ਨੇ, ਉਹਨਾਂ ਨੂੰ ਇੱਕ ਸੂਤਰ ਬਣਾ ਕੇ, ਭਾਵ ਇਹ ਹੈ, ਇੱਕ ਸੂਤਰ ਬਣਾਉਣ ਦਾ ਮਤਲਬ ਇਹ ਹੈ ਵੀ ਇੱਕ ਸਤਿਗੁਰੂ, ਇੱਕ ਪਰਮਾਤਮਾ ਦੇ ਉੱਤੇ ਉਹ ਭਰੋਸਾ ਰੱਖਦੇ ਹੈ। 7 ਸੂਤ ਜਿਹੜੇ 7 ਸੂਤਰ ਹੁੰਦੇ ਹੈ, ਧਾਗੇ 7 ਨੂੰ ਇੱਕ ਬਣਾ ਲੈਣਾ, ਭਾਵ ਇਹ ਹੈ ਵੀ ਇੱਕ ਗੁਰੂ ਤੇ ਇੱਕ ਪਰਮਾਤਮਾ ਦੇ ਉੱਤੇ ਗੁਰਮੁਖਾਂ ਦਾ ਭਰੋਸਾ ਹੁੰਦਾ ਹੈ। 7 ਪੁਰੀਆਂ ਲੰਘ ਉਛਲਿਆ। ਤੇ ਜਿਹੜੀਆਂ 7 ਪੁਰੀਆਂ ਨੇ ਉਹਨਾਂ ਤੋਂ ਅੱਗੇ ਲੰਘ ਗਏ। ਜਿਵੇਂ ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ, ਧਰੂ ਦੀ ਪੁਰੀ, ਇਹ ਵੱਖੋ ਵੱਖਰੀਆਂ ਪੁਰੀਆਂ ਹਨ। ਪੁਰੀਆਂ ਦੀ ਗਿਣਤੀ 7 ਹੈ। ਸੋ 7 ਪੁਰੀਆਂ ਲੰਘ ਕੇ ਅੱਗੇ ਚਲੇ ਗਏ ਹੈ। ਉਛਲਿਆ ਤੋਂ ਭਾਵ ਉਹ ਛਾਲ ਮਾਰ ਕੇ ਅੱਗੇ ਗਏ ਹੈ। ਨਿਰਇੱਛਤ ਹੋ ਕੇ ਇਹਨਾਂ ਪੁਰੀਆਂ ਤੋਂ ਅੱਗੇ ਗੁਰਮੁਖ ਪਿਆਰਾ ਲੰਘ ਜਾਂਦਾ ਹੈ। ਉਹ ਮਨ ਵਿੱਚ ਚਾਹਨਾ ਨਹੀਂ ਕਰਦਾ ਵੀ ਮੈਂ ਇਹਨਾਂ ਪੁਰੀਆਂ ਵਿੱਚ ਜਾਵਾਂ। ਜਿਵੇਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਉਹਦਾ ਜ਼ਿਕਰ ਆਉਂਦਾ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਪੁਰੀਆਂ ਨਗਰ ਵੱਡੇ, ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ, ਉਹਨਾਂ ਨੂੰ ਪੁਰੀਆਂ ਕਿਹਾ ਗਿਆ, ਜਿੱਥੇ ਉਹਨਾਂ ਦਾ ਵਾਸਾ ਮੰਨਿਆ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ 7 ਪੁਰੀਆਂ ਜਿਹੜੀਆਂ ਨੇ ਨਾ, ਉਹਨਾਂ ਤੋਂ ਉੱਚਾ ਉਛਲ ਕੇ ਛਾਲ ਮਾਰ ਕੇ ਅੱਗੇ ਲੰਘ ਗਿਆ ਹੈ। 7 ਹੀ ਪੁਰੀਆਂ ਦੀ ਕੋਈ ਚਾਹਨਾ ਗੁਰਮੁਖ ਆਪਣੇ ਮਨ ਵਿੱਚ ਨਹੀਂ ਰੱਖਦਾ। 7 ਸਤੀ ਜਿਣ ਸਪਤ ਰੇਖ, 7 ਸੁਰਾਂ ਜਿਣ ਅਟਲ ਨ ਟਲਿਆ। 7 ਜਿਹੜੇ ਸਤੀ ਹਨ,
ਸਤ ਸਤੀ ਜਿਹਦੇ ਵਿੱਚ ਰਾਜਾ ਹਰੀ ਚੰਦ ਨੂੰ ਮੰਨਿਆ, ਰਾਜੇ ਦਸ਼ਰਥ ਨੂੰ ਮੰਨਿਆ ਹੈ, ਸ੍ਰੀ ਰਾਮ ਚੰਦਰ ਨੂੰ ਮੰਨਿਆ ਹੈ, ਇਸੇ ਤਰ੍ਹਾਂ ਯੁਧਿਸ਼ਟਰ ਨੂੰ ਮੰਨਿਆ ਗਿਆ ਹੈ, ਪਰਸਰਾਮ, ਬਲਰਾਮ ਤੇ ਸੈਵੀ, ਇਹ ਸੱਤ ਜਿਹੜੇ ਹੈ ਸਤੀ ਮੰਨੇ ਹੈ, ਸਤਵਾਦੀ, ਸੱਚ ਬੋਲਣ ਵਾਲੇ। ਸਤ ਸਤੀ ਜਿਣ ਸਪਤ ਰਿਖ, ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾਂ ਨੇ ਸੱਤ ਸਤੀਆਂ ਨੂੰ ਜਿੱਤ ਲਿਆ, ਤੇ ਜਿਹੜੇ ਸੱਤ ਰਿਸ਼ੀ ਨੇ ਉਹਨਾਂ ਸੱਤਾਂ ਹੀ ਰਿਸ਼ੀਆਂ ਨੂੰ ਗੁਰਮੁਖਾਂ ਨੇ ਜਿੱਤ ਲਿਆ ਹੈ। ਸੱਤ ਰਿਸ਼ੀ ਮੰਨੇ, ਸੱਤ ਰਿਸ਼ੀ ਤੇ ਸੱਤ ਸਤੀ, ਉਹਨਾਂ ਨੂੰ ਜਿੱਤ ਕੇ ਸੱਤ ਸੁਰਾਂ ਜਿਣ, ਸੱਤ ਸੁਰਾਂ ਜਿਹੜੀਆਂ ਨੇ ਇਹਨਾਂ ਨੂੰ ਵੀ ਜਿੱਤ ਲਿਆ। ਸਾਜ ਦੀਆਂ ਵਾਜੇ ਦੀਆਂ ਸੱਤ ਸੁਰਾਂ ਹੁੰਦੀਆਂ, ਸਾ ਰੇ ਗਾ ਮਾ ਪਾ ਧਾ ਨੀ ਸਾ, ਬਸ ਇਹਨਾਂ 'ਤੇ ਹੀ ਸਾਰਾ ਕੁਝ ਗਾਇਆ ਜਾਂਦਾ ਹੈ। ਤੇ ਫਿਰ ਅੱਗੇ ਪਿੱਛੇ ਕਰਕੇ ਸਾ ਸਾ ਰੇ ਰੇ ਗਾ ਗਾ ਮਾ ਮਾ, ਇਸ ਤਰ੍ਹਾਂ। ਫਿਰ ਤੀਜਾ ਸਾ ਰੇ ਗਾ ਰੇ ਗਾ ਮਾ ਪਾ ਧਾ ਨੀ ਸਾ ਨੀ ਦਾ ਨੀ ਧਾ ਪਾ ਮਾ ਗਾ ਰੇ ਸਾ। ਇਹ ਤੀਜਾ। ਇਸ ਤਰ੍ਹਾਂ ਗਾਹ ਅੱਗੇ ਬਹੁਤ ਵੱਧਦਾ ਜਾਂਦਾ। ਰਾਗ ਵਿਦਿਆ ਨੂੰ ਕੀਰਤਨ ਵਾਲੇ ਜਾਣਦੇ, ਸੱਤ ਸੁਰਾਂ ਹੁੰਦੀਆਂ ਨੇ। ਸਤ ਸਤੀ ਜਿਣ ਸਪਤ ਰਿਖ, ਸਤ ਸੁਰਾਂ ਜਿਣ ਅਟਲ ਨਾ ਟਲਿਆ। ਸੱਤੇ ਸਤੀਆਂ ਨੂੰ, ਸੱਤੇ ਰਿਖੀਆਂ ਨੂੰ ਤੇ ਸੱਤੇ ਹੀ ਸੁਰਾਂ ਨੂੰ ਗੁਰਮੁਖਾਂ ਨੇ ਜਿੱਤ ਲਿਆ ਹੈ। ਭਾਵ ਇਹਨਾਂ ਤੋਂ ਅੱਗੇ ਲੰਘ ਗਏ ਹੈ ਤੇ ਗੁਰਮੁਖ ਪਿਆਰੇ ਜਿਹੜੇ ਹੈ ਉਹ ਅਟਲ ਬਣ ਗਏ ਹੈ ਔਰ ਨਾ ਟਲਿਆ। ਇਹ ਰੱਬੀ ਮਾਰਗ 'ਤੇ ਅੱਗੇ ਚੱਲਣ ਤੋਂ ਟਲਦੇ ਨਹੀਂ। ਇੱਕ ਰਸ ਉਹ ਹਮੇਸ਼ਾ ਹੀ ਅੱਗੇ ਵਧਦੇ ਰਹਿੰਦੇ ਹੈ ਔਰ ਇੱਕ ਅਕਾਲ ਪੁਰਖ ਦੇ ਗਿਆਨ ਦੇ ਪ੍ਰੇਮੀ ਬਣਦੇ ਹੈ। ਸੱਤੇ ਸੀਵਾਂ ਸਾਧ ਕੈ, ਸੱਤੀ ਸੀਵੀਂ ਸੁਫਲਿਓ ਫਲਿਆ। ਦ੍ਰਿੜ ਵਿਸ਼ਵਾਸੀ ਗੁਰਮੁਖ ਪਿਆਰੇ ਇਹੋ ਜਿਹੇ ਹੋ ਜਾਂਦੇ ਹੈ। ਸੱਤੇ ਸੀਵਾਂ ਸਾਧ ਕੈ, ਜਿਹੜੀਆਂ ਸੱਤ ਸੀਵਾਂ, ਸੱਤ ਗਿਆਨ ਦੀਆਂ ਭੂਮਿਕਾ ਨੇ, ਉਹਨਾਂ ਸੱਤਾਂ ਨੂੰ ਹੀ ਉਹ ਸਾਧ ਲੈਂਦੇ ਹੈ। ਜਿਵੇਂ ਸ਼ੁਭ ਇੱਛਾ, ਉਹ ਸ਼ੁਭ ਇੱਛਾ ਰੱਖਦੇ ਹੈ, ਚੰਗੀ ਵਿਚਾਰ ਕਰਦੇ ਹੈ। ਤਾਂ ਇਹ ਸੱਤ ਭੂਮਿਕਾ ਗਿਆਨ ਦੀਆਂ ਆਉਂਦੀਆਂ ਨੇ। ਮਹਾਨ ਕੋਸ਼ ਵਿੱਚ ਇਹਨਾਂ ਸਾਰਿਆਂ ਦਾ ਜ਼ਿਕਰ ਹੈ। ਸੋ ਉਹਨਾਂ ਸੱਤੇ ਹੀ ਭੂਮਿਕਾ ਤੋਂ ਗੁਰਮੁਖ ਪਿਆਰੇ ਜਿਹੜੇ ਹੈ ਉਹ ਅੱਗੇ ਲੰਘ ਜਾਂਦੇ ਹੈ। ਇਹਨਾਂ ਸੱਤਾਂ ਹੱਦਾਂ ਨੂੰ ਸਾਧ ਲੈਂਦੇ ਹੈ, ਜਿੱਤ ਲੈਂਦੇ ਹੈ। ਸੱਤੀ ਸੀਵੀਂ ਸੁਫਲਿਓ ਫਲਿਆ, ਅਤੇ ਇਹਨਾਂ ਸੱਤਾਂ ਹੱਦਾਂ ਦੇ ਵਿੱਚ ਸਹਿਤ ਫਲਾਂ ਦੇ ਫਲੇ ਹੈ। ਮਤਲਬ ਗਿਆਨ ਦੇ ਸਹਿਤ ਫਲੀਭੂਤ ਹੋਏ ਹੈ। ਉਹ ਗਿਆਨ ਵੈਰਾਗ ਇਹ ਫਲਾਂ ਕਰਕੇ ਪ੍ਰਫੁੱਲਤ ਹੋ ਗਏ ਹੈ। ਸੋ ਗੁਰਮੁਖ ਪਿਆਰੇ ਜਿਹੜੀਆਂ ਸੱਤ ਭੂਮਿਕਾ ਨੇ ਗਿਆਨ ਦੀਆਂ, ਉਹਨਾਂ ਤੋਂ ਅੱਗੇ ਲੰਘ ਗਏ ਹੈ। ਸਤ ਆਕਾਸ ਪਤਾਲ ਸਤ, ਵਸਗਤ ਕਰ ਉਪਰੇ ਰਹਿ ਚੱਲਿਆ। ਭਾਈ ਗੁਰਦਾਸ ਜੀ ਕਹਿੰਦੇ ਸੱਤ ਆਕਾਸ਼ ਅਤੇ ਸੱਤ ਪਤਾਲ ਜਿਹੜੇ ਨੇ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇਹ ਜਿਹੜੀਆਂ ਗਿਣਤੀਆਂ ਭਾਈ ਗੁਰਦਾਸ ਜੀ ਕਰਦੇ ਹੈ, ਇਹਨਾਂ ਦੇ ਇਤਿਹਾਸਕ ਹੋਣ ਦਾ ਪ੍ਰਮਾਣ ਨਹੀਂ ਸਾਨੂੰ ਇੱਥੇ ਦੇ ਰਹੇ। ਸਾਨੂੰ ਗੁਰਮੁਖਾਂ ਦੀ ਅਵਸਥਾ ਦੱਸ ਰਹੇ ਵੀ ਉਹ ਕਿੱਡੇ ਉੱਚੇ ਨੇ, ਵਾਹਿਗੁਰੂ ਦੇ ਵਿੱਚ ਅਭੇਦ ਹੋਏ ਨੇ, ਇਹ ਗੱਲ ਸਮਝਾ ਰਹੇ ਨੇ। ਜੇ ਸੱਤ ਆਕਾਸ਼ ਸੱਤ ਪਤਾਲ ਦੀ ਗੱਲ ਕਰੋਗੇ, ਅਸੀਂ ਜਪਜੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਗੁਰੂ ਬਾਬਾ ਜੀ ਕਹਿੰਦੇ ਲੱਖਾਂ ਆਕਾਸ਼ ਲੱਖਾਂ ਪਤਾਲ। ਤੁਸੀਂ ਕਹੋਗੇ ਇੱਥੇ ਭਾਈ ਗੁਰਦਾਸ ਜੀ ਸੱਤ ਪਤਾਲ ਸੱਤ ਆਕਾਸ਼ ਕਹਿੰਦੇ, ਤੇ ਗੱਲਾਂ ਹੀ ਨਹੀਂ ਰਲਦੀਆਂ। ਦੋ ਗੱਲਾਂ ਕਿਵੇਂ? ਤਾਂ ਮੈਂ ਜ਼ਿਕਰ ਕੀਤਾ ਇਹਦੇ ਇਤਿਹਾਸਕ ਹੋਣ ਦਾ ਪ੍ਰਮਾਣ ਨਹੀਂ ਹੈ।
ਭਾਈ ਗੁਰਦਾਸ ਜੀ ਤਾਂ ਸਾਨੂੰ ਸਮਝਾਉਂਦੇ ਹੈ ਵੀ ਜੋ ਜੋ ਚੀਜ਼ਾਂ ਸੱਤ ਗਿਣੀਆਂ ਗਈਆਂ ਉਹਨਾਂ ਸਾਰਿਆਂ ਤੋਂ ਅੱਗੇ ਲੰਘ ਗਏ ਹੈ। ਪੁਰਾਤਨ ਪੁਸਤਕਾਂ ਨੇ 7 ਆਕਾਸ਼ 7 ਪਤਾਲ ਗਿਣੇ। ਤਾਂ ਭਾਈ ਗੁਰਦਾਸ ਜੀ ਕਹਿੰਦੇ ਠੀਕ ਹੈ, ਜਿਵੇਂ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਬਗਦਾਦ ਵਿੱਚ ਸਮਝਾਇਆ ਦਸਤਗੀਰ ਨੂੰ ਕਿ ਇਸਲਾਮ ਦੇ ਵਿੱਚ 14 ਤਬਕ ਹਨ, 7 ਆਕਾਸ਼ 7 ਪਤਾਲ। ਜਿਹਨੂੰ 14 ਦਾ ਗਿਆਨ ਸੀ ਉਹਨੇ 14 ਲਿਖ ਦਿੱਤੇ, ਜਿਹਨੂੰ ਲੱਖਾਂ ਦਾ ਗਿਆਨ ਉਹ ਲੱਖਾਂ ਦੀ ਗੱਲ ਕਰਦਾ ਹੈ। ਇਹ ਤਾਂ ਜਿੱਥੇ ਤੱਕ ਕਿਸੇ ਦੀ ਕੋਈ ਗਿਆਨ ਦੀ ਸੀਮਾ ਉੱਥੋਂ ਤੱਕ ਹੀ ਗੱਲ ਕਰੇਗਾ ਨਾ। ਇੱਕ ਪਹਿਲੀ ਜਮਾਤ ਵਾਲਾ ਵਿਦਿਆਰਥੀ ਹੈ, ਇੱਕ PhD ਕਰਦਾ ਹੈ, ਫਰਕ ਹੈ ਨਾ ਦੋਵਾਂ ਦੇ ਵਿੱਚ। ਇਸੇ ਤਰ੍ਹਾਂ ਜਿੰਨਾ ਕੁ ਕਿਸੇ ਨੂੰ ਜਿੰਨੀ ਕੁ ਸੋਝੀ ਹੁੰਦੀ ਉਹਨਾਂ ਕੋ ਜ਼ਿਕਰ ਕਰਦਾ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ 7 ਆਕਾਸ਼ ਅਤੇ 7 ਪਤਾਲ ਹਨ, ਵਸਗਤ ਕਰ ਉਪਰੇਰੈ ਚੱਲਿਆ। 7 ਆਕਾਸ਼ ਅਤੇ 7 ਪਤਾਲ ਇਹਨਾਂ ਨੂੰ ਵਸ ਵਿੱਚ ਕਰਕੇ ਜਿਹੜਾ ਗੁਰਮੁਖ ਹੈ ਨਾ ਉਹ ਉੱਚ ਪਦਵੀ ਨੂੰ ਪ੍ਰਾਪਤ ਕਰਦਾ ਹੈ, ਇਹਨਾਂ ਦੀ ਕਾਮਨਾ ਤੋਂ ਮੁਕਤ ਹੋ ਜਾਂਦਾ ਹੈ, ਇੱਕ ਵਾਹਿਗੁਰੂ ਵਿੱਚ ਲਿਵ ਲਾਉਂਦਾ ਹੈ ਅਤੇ ਇਹਨਾਂ ਤੋਂ ਵੀ ਉੱਚਾ ਉਹ ਚਲਿਆ ਗਿਆ ਹੈ। ਸੱਤੇ ਧਾਰੀ ਲੰਘ ਕੈ ਭੈਰੋ ਖੇਤਰਪਾਲ ਦਲ ਮਲਿਆ। ਜਿਹੜੀਆਂ ਪਹਾੜਾਂ ਤੋਂ ਨਿਕਲਦੀਆਂ ਹੋਈਆਂ 7 ਧਾਰਾਂ ਹਨ, ਗੁਰਮੁਖ ਜਿਹੜੇ ਨੇ ਨਾ ਉਹ 7 ਹੀ ਧਾਰਾਂ ਅੱਗੇ ਲੰਘ ਗਏ। ਗੰਗਾ ਜਮਨਾ ਸਰਸਵਤੀ ਸਤਲੁਜ ਬਿਆਸ ਰਾਵੀ ਅਤੇ ਚਨਾਹ, ਇਹ ਪਹਾੜਾਂ ਤੋਂ ਨਿਕਲੀਆਂ 7 ਧਾਰਾਵਾਂ ਪਾਣੀ ਦੀਆਂ ਨਦੀਆਂ ਦਾ ਰੂਪ ਲੈਂਦੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਇਹ 7 ਧਾਰਾਂ ਜਿਹੜੀਆਂ ਪਰਬਤ 'ਚੋਂ ਪਹਾੜਾਂ 'ਚੋਂ ਨਿਕਲਦੀਆਂ ਨਾ, ਗੁਰਮੁਖ ਇਹਨਾਂ ਤੋਂ ਪਾਰ ਹੋ ਗਏ, ਇਹਨਾਂ ਨੂੰ ਲੰਘ ਕੇ ਭੈਰਵ ਖੇਤਰਪਾਲ ਦਲ ਮਲਿਆ। ਭੈਰਵ ਆਦਿ ਭੂਤ ਪ੍ਰੇਤ ਜਿਹੜੇ ਹੈ ਉਹਨਾਂ ਨੂੰ ਪਛਾੜ ਦਿੰਦਾ ਏ। ਖੇਤਰਪਾਲ ਅਤੇ ਭੈਰੋਂ ਦਲ ਮਲ ਸੁੱਟਦਾ ਇਹਨਾਂ ਨੂੰ, ਇਹਨਾਂ ਦੀ ਪਰਵਾਹ ਹੀ ਨਹੀਂ ਕਰਦਾ। ਗੁਰਮੁਖ ਬ੍ਰਹਮ ਗਿਆਨੀ ਉਹ ਤਾਂ ਕਿਸੇ ਪ੍ਰਕਾਰ ਦੇ ਭਰਮ ਦੇ ਵਿੱਚ ਨਹੀਂ ਪੈਂਦਾ। ਸੱਤੇ ਰੋਹਣ 7 ਵਾਰ 7 ਸੁਹਾਗਣ ਸਾਧ ਨਾ ਢਲਿਆ। 7 ਰੋਹਣੀਆਂ 7 ਹੀ ਵਾਰ ਨੇ। ਰਿਖੀ ਦੀ ਇਸਤਰੀ ਬਲਰਾਮ ਦੀ ਮਾਤਾ, ਉਹਨੂੰ ਵੀ ਰੋਹਣ ਕਿਹਾ ਗਿਆ ਹੈ। ਸੋ ਇਸੇ ਤਰ੍ਹਾਂ 7 ਰਿਖੀਆਂ ਦੀਆਂ ਜੋ ਇਸਤਰੀਆਂ ਨੇ, 7 ਰੋਹਣ 7 ਵਾਰ। 7 ਰੋਹਣੀਆਂ ਅਤੇ 7 ਵਾਰ ਜਿਹੜੇ ਹੈ, ਜੋ ਆਪਾਂ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਇਹ 7 ਇਹਨਾਂ ਨੂੰ ਗੁਰਮੁਖਾਂ ਨੇ ਜਿੱਤ ਲਿਆ ਹੈ। 7 ਸੁਹਾਗਣ ਸਾਧ ਨਾ ਢਲਿਆ। ਅਤੇ 7 ਸੁਹਾਗਣਾਂ 7 ਰਿਖੀਆਂ ਦੀਆਂ 7 ਇਸਤਰੀਆਂ ਜਿਹੜੀਆਂ ਨੇ, ਗੁਰਮੁਖ ਇਹਨਾਂ ਦੇ ਕਿਸੇ ਵੀ ਭੈ ਭਰਮ ਭੁਲੇਖੇ ਦੇ ਵਿੱਚ ਨਹੀਂ ਪੈਂਦਾ, ਨਾ ਉਹ ਕੋਈ ਵਹਿਮ ਭਰਮ ਕਰਦਾ ਹੈ। 7 ਜੇ ਵਾਰ ਨੇ ਅਤੇ ਇਹਨਾਂ ਦਾ ਵੀ ਕੋਈ ਵਹਿਮ ਭਰਮ ਨਹੀਂ ਕਰਦਾ ਵੀ ਅੱਜ ਆਹ ਕੰਮ ਨਹੀਂ ਕਰਨਾ, ਫਲਾਣਾ ਵਾਰ ਹੈ, ਸ਼ਨੀਵਾਰ ਹੈ, ਲੋਹਾ ਨਹੀਂ ਖਰੀਦਣਾ। ਇਹੋ ਜਿਹੇ ਭਰਮ ਭੁਲੇਖੇ ਸਾਰਿਆਂ ਤੋਂ ਅੱਗੇ ਲੰਘ ਗਿਆ ਹੈ। 7 ਰੋਹਣੀਆਂ 7 ਵਾਰ 7 ਸੁਹਾਗਣ, ਇਹਨਾਂ ਸਾਰਿਆਂ ਨੂੰ ਸਾਧ ਕੇ, ਅਥਵਾ ਜਿਹੜੇ 7 ਗ੍ਰਹਿ ਨੇ ਸੂਰਜ ਚੰਦ ਮੰਗਲ ਬੁੱਧ ਸ਼ਨੀ ਰਾਹੂ ਕੇਤੂ, ਸਾਰਿਆਂ ਨੂੰ ਜਿੱਤ ਲਿਆ। ਗੁਰਮੁਖ ਇਹਨਾਂ ਤੋਂ ਅੱਗੇ ਲੰਘ ਗਿਆ ਹੈ। ਗੁਰਮੁਖ ਸਾਧ ਸੰਗਤ ਵਿੱਚ ਖਲਿਆ। ਗੁਰਮੁਖ ਸਾਧ ਸੰਗਤ ਦੇ ਆਸਰੇ ਖਲੋਤਾ ਹੈ। ਖਲਿਆ ਦਾ ਭਾਵ ਖਲੋਤਾ, ਉਹਨੂੰ ਸਾਧ ਸੰਗਤ ਦਾ ਆਸਰਾ ਹੈ। ਉਹ ਕਿਸੇ ਸ਼ਨੀ ਦੇਵਤੇ ਦਾ ਆਸਰਾ ਨਹੀਂ ਲੈਂਦਾ, ਉਹ ਕਿਸੇ ਵਾਰ ਦਾ ਭਰਮ ਨਹੀਂ ਕਰਦਾ ਵੀ ਅੱਜ ਆਹ ਕੰਮ ਸ਼ੁਰੂ ਕਰਾਂਗਾ ਅਤੇ ਫਿਰ ਕੰਮ ਸਫਲ ਹੋ ਜਾਣਾ, ਵੀ ਇਹ ਵਾਰ ਚੰਗਾ ਹੁੰਦਾ। ਉਹ ਜਿਹੜੇ ਵਾਰ ਮਰਜ਼ੀ ਸ਼ੁਰੂ ਕਰੋ, ਕੰਮ ਤਾਂ ਕਰਨਾ ਹੀ ਪੈਣਾ ਹੈ। ਤੋ ਇਸ ਲਈ
ਗੁਰਮੁਖ ਸਾਧ ਸੰਗਤ ਦੇ ਆਸਰੇ ਖਲੋ ਕੇ ਸਾਰਿਆਂ ਨੂੰ ਜਿੱਤ ਲੈਂਦਾ ਹੈ। ਇਹ 7ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਜੋ ਸੱਤਾਂ ਦੀ ਗਿਣਤੀ ਪ੍ਰਸਿੱਧ ਹੈ ਉਹਨਾਂ ਨਾਵਾਂ ਦਾ ਜ਼ਿਕਰ ਕਰਦਿਆਂ ਸਾਨੂੰ ਦੱਸਿਆ ਗੁਰਮੁਖ ਇਹਨਾਂ ਵਿੱਚ ਫਸਦਾ ਨਹੀਂ, ਡਰਦਾ ਨਹੀਂ, ਨਾ ਇਹਨਾਂ ਦੀ ਚਾਹਤ ਕਰਦਾ ਹੈ। ਉਹ ਅਡੋਲ ਹੋ ਕਰਕੇ ਖਲੋਤਾ ਰਹਿੰਦਾ ਹੈ ਅਤੇ ਪਰਮਾਤਮਾ ਨੂੰ ਸਦਾ ਇੱਕ ਰਸ ਚੇਤੇ ਕਰਦਾ ਹੈ, ਸਦਾ ਮਾਲਕ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਦਾ ਹੈ। ਸੋ ਭਾਈ ਸਾਹਿਬ ਨੇ ਇਸ ਪੌੜੀ ਵਿੱਚ ਸਾਨੂੰ ਇਹ ਸਮੁੱਚਾ ਭਾਵ ਸਮਝਾਇਆ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸੱਤੇ ਰੋਹਣ 7 ਵਾਰ, 7 ਸੁਹਾਗਣ ਸਾਧ ਨਾ ਢਲਿਆ, ਗੁਰਮੁਖ ਸਾਧ ਸੰਗਤ ਵਿੱਚ ਖਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ। ਸਗਲ ਸਮਗਰੀ ਤੁਮਨ ਸੁਕਰਤਾ